ਗੁੱਡ ਮਾਰਨਿੰਗ ਸਟੂਡੈਂਟਸ। ਰਾਜ ਅਸੀਂ 3rd ਯੂਨਿਟ ਕਰ ਰਹੇ ਹਾਂ ਫਿਜ਼ਿਕਸ ਦਾ। ਹੁਣ ਨੈਕਸਟ ਟੌਪਿਕ ਹੈਗਾ ਆਪਣਾ ਅਰਥ ਮੈਗਨੇਟਿਜ਼ਮ। ਰਾਜੇ ਆਪਾਂ ਨੂੰ ਇਹ ਪਤਾ ਹੈ ਕਿ ਅਰਥ ਵੀ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਜਿੱਦਾਂ ਦੀ ਮੈਗਨੇਟ ਹੁੰਦੀ ਉੱਦਾਂ ਅਰਥ ਵੀ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਉਹਨਾਂ ਨੇ ਕਿਹੜੇ ਪੁਆਇੰਟਸ ਤੋਂ ਇਹ ਗੱਲ ਕਹੀ ਕਿ ਜਿਹੜੀ ਅਰਥ ਉਹ ਇੱਕ ਤਰ੍ਹਾਂ ਦੀ ਮੈਗਨੇਟ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਦੇਖਿਆ ਕਿ ਇੱਕ ਥਿਊਰੀ ਦਿੱਤੀ ਉਹਨਾਂ ਨੇ ਕਿ ਆਪਣੇ ਅਰਥ ਦਾ ਜਿਹੜਾ ਕਰਸਟ ਪਾਰਟ ਹੁੰਦਾ ਨਾ ਉਹਦੇ ਅੰਦਰ ਮੈਟੈਲਿਕ ਆਇਨਸ ਹੁੰਦੇ ਨੇ। ਠੀਕ ਹੈ, ਮਤਲਬ ਛੋਟੇ ਛੋਟੇ ਆਇਨਸ ਹੁੰਦੇ ਨੇ ਅਤੇ ਉਹ ਕੀ ਕਰਦੇ ਨੇ ਜਦੋਂ ਹੁਣ ਆਪਣੀ ਅਰਥ ਆ, ਆਪਾਂ ਨੂੰ ਪਤਾ ਅਰਥ ਜਿਹੜੀ ਆ ਆਪਣੇ ਐਕਸਿਸ 'ਤੇ ਰੋਟੇਟ ਕਰਦੀ ਰਹਿੰਦੀ ਹੈ। ਜਦੋਂ ਹੁਣ ਆਪਣੀ ਅਰਥ ਜਿਹੜੀ ਆ ਆਪਣੇ ਐਕਸਿਸ 'ਤੇ ਰੋਟੇਟ ਕਰੇਗੀ ਅਤੇ ਜਿਹੜੇ ਉਹ ਆਇਨਸ ਨੇ ਉਹ ਵੀ ਕੀ ਕਰਨਗੇ, ਰੋਟੇਟ ਕਰਨਗੇ। ਜਦੋਂ ਉਹ ਆਇਨਸ ਵੀ ਰੋਟੇਟ ਕਰਨਗੇ ਮਤਲਬ ਆਪਣੇ ਐਕਸਿਸ 'ਤੇ ਰੋਟੇਟ ਕਰਨਗੇ, ਆਇਨਸ ਵੀ ਇੱਦਾਂ ਇੱਦਾਂ ਘੁੰਮਣਗੇ। ਫਿਰ ਕੀ ਹੋਏਗਾ, ਜੇਕਰ ਉਹ ਆਇਨਸ ਇੱਕ ਤਰ੍ਹਾਂ ਦੇ ਚਾਰਜ ਹੁੰਦੇ ਨੇ, ਪੋਜ਼ੀਟਿਵ ਚਾਰਜ ਮਤਲਬ ਇੱਕ ਤਰ੍ਹਾਂ ਦੇ ਚਾਰਜ ਹੁੰਦੇ ਨੇ, ਜੇਕਰ ਚਾਰਜ ਮੂਵ ਕਰਦਾ ਤਾਂ ਉੱਥੇ ਕੀ ਆਉਂਦਾ ਹੈ, ਕਰੰਟ ਆਉਂਦਾ ਹੈ। ਤਾਂ ਸਟੂਡੈਂਟ ਨੇ ਅਸੀਂ ਪਹਿਲਾਂ ਪੜ੍ਹਿਆ ਕਿ ਜਦੋਂ ਚਾਰਜ ਮੂਵ ਕਰਦਾ ਹੈ ਅਤੇ ਕਰੰਟ ਆਉਂਦਾ ਅਤੇ ਕਰੰਟ ਪ੍ਰੋਡਿਊਸ ਜਦੋਂ ਕਰੰਟ ਕਿਸੇ ਚੀਜ਼ 'ਚੋਂ ਪਾਸ ਹੁੰਦਾ ਹੈ ਤਾਂ ਉਹਦੇ ਅਰਾਊਂਡ ਕੀ ਬਣ ਜਾਂਦਾ ਇੱਕ ਮੈਗਨੈਟਿਕ ਫੀਲਡ। ਫਿਰ ਉਹਨਾਂ ਨੇ ਇਸ ਚੀਜ਼ ਤੋਂ ਕਹਿਤਾ ਕਿ ਅਰਥ ਇਸ ਕਰਕੇ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੇ, ਕਿਉਂਕਿ ਜਦੋਂ ਉਹਦੇ ਅੰਦਰ ਜਿਹੜੇ ਆਇਨਸ ਹੁੰਦੇ ਨੇ ਉਹ ਮੂਵ ਕਰਦੇ ਨੇ, ਉਹ ਰੋਟੇਟ ਕਰਦੇ ਨੇ, ਉਹ ਰੋਟੇਟ ਕਰਨ ਨਾਲ ਚਾਰਜ ਆ ਜਾਂਦਾ, ਕਰੰਟ ਆ ਜਾਂਦਾ, ਉਹਦਾ ਕਰੰਟ ਜਦੋਂ ਪਾਸ ਹੁੰਦਾ ਅਤੇ ਫਿਰ ਉੱਥੇ ਮੈਗਨੈਟਿਕ ਫੀਲਡ ਜਿਹੜਾ ਵਾ ਪ੍ਰੋਡਿਊਸ ਹੁੰਦਾ ਹੈ। ਠੀਕ ਹੈ, ਇਸ ਕਰਕੇ ਉਹਨਾਂ ਨੇ ਇਸ ਚੀਜ਼ ਤੋਂ ਵੀ ਕਹਿਤਾ ਕਿ ਅਰਥ ਇੱਕ ਮੈਗਨੇਟ ਤਰ੍ਹਾਂ ਬਿਹੇਵ ਕਰਦਾ, ਅਰਥ ਇੱਕ ਮੈਗਨੇਟ ਹੈ। ਠੀਕ ਹੈ, ਫਿਰ ਉਹਨਾਂ ਨੇ ਕਈ ਵਾਰ ਆਇਰਨ ਦੇ ਜਿਹੜੇ ਸੌਫਟ ਆਇਰਨ ਦੇ ਪੀਸ ਆ ਉਹ ਵੀ ਅਰਥ ਦੇ ਅੰਦਰ ਮਤਲਬ ਆਪਣੀ ਮਿੱਟੀ ਦੇ ਵਿੱਚ ਦੱਬ ਕੇ ਰੱਖੇ ਕਾਫੀ ਦੇਰ ਤੱਕ, ਦੇਖਿਆ ਕਿ ਜਦੋਂ ਬਾਹਰ ਕੱਢੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਉਹ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਨ ਲੱਗ ਪਏ। ਤਾਂ ਵੀ ਸਾਨੂੰ ਪਤਾ ਲੱਗਿਆ ਕਿ ਅਰਥ ਆਪਣੀ ਇੱਕ ਮੈਗਨੇਟ ਆ। ਠੀਕ ਹੈ, ਫਿਰ ਉਹਨਾਂ ਨੇ ਇੱਕ ਡਿਵਾਈਸ ਹੁੰਦੀ ਹੈ ਜਿਹਦੇ ਨਾਲ ਅਸੀਂ ਜਿਹੜੇ ਆ ਮੈਗਨੈਟਿਕ ਫੀਲਡ ਜਿਹੜੀਆਂ ਲਾਈਨਸ ਆ ਉਹਨਾਂ ਨੂੰ ਮਤਲਬ ਮੈਗਨੈਟਿਕ ਫੀਲਡ ਲਾਈਨਸ ਪਤਾ ਕਰ ਸਕਦੇ ਹਾਂ। ਇੱਕ ਪੁਆਇੰਟਸ ਆਪਣੀ ਅਰਥ 'ਤੇ ਨਾ ਕਾਫੀ ਸਾਰੇ ਪੁਆਇੰਟਸ ਇੱਦਾਂ ਦੇ ਜਿੱਥੇ ਨਿਊਟਰਲ ਪੁਆਇੰਟ ਹੁੰਦਾ। ਨਿਊਟਰਲ ਪੁਆਇੰਟ ਮਤਲਬ ਉੱਥੇ ਕੋਈ ਵੀ ਮੈਗਨੈਟਿਕ ਫੀਲਡ ਨਹੀਂ ਹੈ ਸਾਨੂੰ ਸ਼ੋ ਹੁੰਦਾ। ਮੰਨ ਲਓ ਕਿਸੇ ਆਪਾਂ ਇਸ ਡਿਵਾਈਸ ਨਾਲ ਮੈਗਨੈਟਿਕ ਫੀਲਡ ਇਸ ਅਰਥ ਦੇ ਕਿਸੇ ਪੁਆਇੰਟ ਦੇ ਇਸ ਡਿਵਾਈਸ ਦੇ ਨਾਲ ਅਸੀਂ ਮੈਗਨੈਟਿਕ ਫੀਲਡ ਦੀ ਵੈਲਿਊ ਫਾਈਂਡ ਕਰ ਰਹੇ ਹਾਂ, ਬਟ ਸਾਨੂੰ ਉੱਥੇ ਮੈਗਨੈਟਿਕ ਫੀਲਡ ਦੀ ਵੈਲਿਊ ਕੀ ਹੋ ਰਹੀ ਹੈ, ਨਿਊਟਰਲ ਸ਼ੋ ਹੋ ਰਹੀ ਹੈ। ਨਿਊਟਰਲ ਸ਼ੋ ਹੋ ਰਹੀ ਇਹਦਾ ਮਤਲਬ ਕੀ ਹੈ, ਕਿਉਂਕਿ ਇਹਦੇ ਡਿਵਾਈਸ ਦੇ ਅੰਦਰ ਤਾਂ ਮੈਗਨੈਟਿਕ ਫੀਲਡ ਇੱਕ ਹੋਣਾ ਹੀ ਹੋਣਾ। ਜੇਕਰ ਉਹ ਨਿਊਟਰਲ ਸ਼ੋ ਹੋ ਰਹੀ ਹੈ ਇਹਦਾ ਮਤਲਬ ਕੋਈ ਹੋਰ ਵੀ ਮੈਗਨੈਟਿਕ ਫੀਲਡ ਲਾਈਨਸ ਹੈਗੀਆਂ ਜਿਹੜੀਆਂ ਉਹਦੇ ਓਪੋਜ਼ਿਟ ਹਨ। ਇਸ ਕਰਕੇ ਦੋਨੇ ਇੱਕ ਦੂਜੇ ਦੇ ਇਫੈਕਟ ਨੂੰ ਕੀ ਕਰ ਰਹੀਆਂ ਨੇ, ਕੈਂਸਲ। ਇਸ ਕਰਕੇ ਉਸ ਪੁਆਇੰਟ 'ਤੇ ਸਾਨੂੰ ਜਿਹੜਾ ਮੈਗਨੈਟਿਕ ਫੀਲਡ ਦੀ ਵੈਲਿਊ ਕੀ ਹੁੰਦੀ ਹੈ, ਨਿਊਟਰਲ ਹੁੰਦੀ ਹੈ, ਕੋਈ ਨਲ ਹੁੰਦੀ ਵੈਲਿਊ। ਅਤੇ ਕੋਈ ਵੀ ਮੈਗਨੈਟਿਕ ਫੀਲਡ ਦੀ ਵੈਲਿਊ ਸਾਨੂੰ ਸ਼ੋ ਨਹੀਂ ਹੁੰਦੀ। ਜਦੋਂ ਸਾਨੂੰ ਕਿਸੇ ਅਰਥ ਦੇ ਕਿਸੇ ਪਾਰਟ ਦੇ ਉੱਪਰ ਮੈਗਨੈਟਿਕ ਫੀਲਡ ਦੀ ਲਾਈਨ ਜਿਹੜੀਆਂ ਸ਼ੋ ਨਹੀਂ ਹੁੰਦੀ, ਇਹਦਾ ਮਤਲਬ ਇਹ ਹੈ ਕਿ ਜਿਹੜੇ ਸਾਰੇ ਡਿਵਾਈਸ ਹੈ, ਡਿਵਾਈਸ ਦੇ ਅੰਦਰ ਤਾਂ ਮੈਗਨੈਟਿਕ ਫੀਲਡ ਹੈਗਾ ਹੈ। ਮਤਲਬ ਜਿੱਦਾਂ ਬਾਰ ਮੈਗਨੈਟ ਹੈ, ਠੀਕ ਹੈ, ਉਸ ਡਿਵਾਈਸ ਦੇ ਅੰਦਰ ਤਾਂ ਮੈਗਨੈਟਿਕ ਫੀਲਡ ਹੈਗਾ ਹੈ। ਮਤਲਬ ਹੋਰ ਵੀ ਜਿਹੜੇ ਉਹਦੇ ਅੰਦਰ ਹੋਰ ਵੀ ਮੈਗਨੈਟਿਕ ਫੀਲਡ ਲਾਈਨਸ ਉੱਥੇ ਪ੍ਰੈਜ਼ੈਂਟ ਹੈ ਜਿਹੜੀਆਂ ਉਹਦੇ ਆਪੋਜ਼ਿਟ ਹੈ, ਤਾਂ ਕਰਕੇ ਉਹਦੇ ਇਫੈਕਟ ਨੂੰ ਕੈਂਸਲ ਕਰ ਰਹੀਆਂ ਨੇ। ਇਸ ਕਰਕੇ ਉੱਥੇ ਸਾਨੂੰ ਮੈਗਨੈਟਿਕ ਫੀਲਡ ਜਿਹੜਾ ਸ਼ੋ ਨਹੀਂ ਹੁੰਦਾ। ਨਿਊਟਰਲ ਪੁਆਇੰਟਸ ਜਿਹੜੇ ਆ ਸਾਨੂੰ ਮਿਲ ਰਹੇ ਨੇ। ਇਹ ਤੋਂ ਸਾਨੂੰ ਪਤਾ ਲੱਗ ਗਿਆ ਕਿ ਅਰਥ ਇੱਕ ਤਰ੍ਹਾਂ ਦੀ ਕੀ ਹੈਗੀ ਆ, ਮੈਗਨੇਟ ਆ। ਠੀਕ ਹੈ, ਇੱਦਾਂ ਦੇ ਬਹੁਤ ਸਾਰੇ ਜਿਹੜੇ ਲੌਜਿਕ ਸੀ ਜਿੱਥੋਂ ਸਾਨੂੰ ਇਹ ਪਤਾ ਲੱਗਿਆ ਕਿ ਅਰਥ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ। ਇਹਦਾ ਕਾਜ਼ ਆਫ ਅਰਥ ਮੈਗਨੇਟਿਜ਼ਮ, ਇਹ ਸਾਰੇ ਕਾਰਨ ਦੱਸੇ ਹੋਏ ਨੇ ਅਰਥ ਕਿਉਂ ਮੈਗਨੇਟਿਜ਼ਮ, ਅਰਥ ਕਿਉਂ ਮੈਗਨੇਟ ਤਰ੍ਹਾਂ ਬਿਹੇਵ ਕਰਦੀ, ਸਾਰੇ ਪੁਆਇੰਟਸ ਦਿੱਤੇ ਹੋਏ ਨੇ, ਤੁਸੀਂ ਸਾਰੇ ਰੀਡ ਕਰਨੇ ਨੇ। ਜਿਹੜਾ ਨਹੀਂ ਸਮਝ ਲੱਗੇਗਾ ਮੈਨੂੰ ਪੁੱਛ ਲਿਓ। ਉਸ ਤੋਂ ਬਾਅਦ ਅਗਰ ਜਨਰਲ ਫੀਚਰਸ ਆਫ ਅਰਥ ਮੈਗਨੈਟਿਕ ਫੀਲਡ। ਰਾਜੇ ਦੇਖੋ ਕੀ ਹੁੰਦਾ, ਮੰਨ ਲਓ ਆ ਆਪਣੀ ਅਰਥ ਆ, ਠੀਕ ਹੈ, ਅਰਥ ਦੇ ਇਹ ਕੋਈ ਐਕਸਿਸ ਹੈ, ਐਕਸਿਸ ਆਫ ਰੋਟੇਸ਼ਨ, ਜਿਹਦੇ ਅਰਾਊਂਡ ਅਰਥ ਜਿਹੜੀ ਹੈ ਇੱਦਾਂ ਆਪਣੇ ਐਕਸਿਸ 'ਤੇ ਅਰਥ ਕੀ ਕਰਦੀ ਰਹਿੰਦੀ, ਰੋਟੇਟ ਕਰਦੀ ਰਹਿੰਦੀ। ਆਪਣੇ ਐਕਸਿਸ 'ਤੇ ਅਰਥ ਰੋਟੇਟ ਕਰ ਰਹੀ ਹੈ, ਇਹ ਅਰਥ ਦਾ ਕੀ ਹੈਗਾ, ਐਕਸਿਸ ਆ। ਜਿਸ ਐਕਸਿਸ 'ਤੇ ਅਰਥ ਰੋਟੇਟ ਕਰਦੀ ਉਸ ਐਕਸਿਸ ਨੂੰ ਅਸੀਂ ਕੀ ਨਾਮ ਦੇ ਦਿੰਦੇ ਹਾਂ, ਜੀਓਗ੍ਰਾਫੀਕਲ ਐਕਸਿਸ। ਠੀਕ ਹੈ, ਜਿਹੜਾ ਇਹ ਵਾਲਾ ਜਿਸ ਐਕਸਿਸ 'ਤੇ ਅਰਥ ਰੋਟੇਟ ਕਰਦੀ ਉਹਨੂੰ ਕਹਿੰਦੇ ਜੀਓਗ੍ਰਾਫੀਕਲ ਐਕਸਿਸ। ਠੀਕ ਹੈ, ਜਿਹੜਾ ਇਹ ਵਾਲਾ ਪੁਆਇੰਟ ਹੈ ਇਹਨੂੰ ਕੀ ਕਹਿੰਦੇ ਨੇ, ਜੀਓਗ੍ਰਾਫੀਕਲ ਨਾਰਥ। ਇਸ ਸਾਈਡ ਨੂੰ ਕੀ ਕਹਿੰਦੇ ਨੇ, ਜੀਓਗ੍ਰਾਫੀਕਲ ਸਾਊਥ। ਇੱਕ ਉਹਦੇ ਬਿਲਕੁਲ ਪਰਪੈਂਡੀਕੁਲਰ ਜੀਓਗ੍ਰਾਫੀਕਲ ਐਕਸਿਸ ਦੇ ਨਾਲ ਇੱਕ ਪਰਪੈਂਡੀਕੁਲਰ ਹੁੰਦਾ ਹੈ ਜੀਓਗ੍ਰਾਫੀਕਲ ਇਕੁਏਟਰ। ਠੀਕ ਹੈ, ਇਹ ਜਿਹੜਾ ਇਹ ਵਾਲਾ ਐਕਸਿਸ ਇਹਨੂੰ ਕੀ ਕਹਿੰਦੇ ਨੇ, ਇਹਨੂੰ ਕੀ ਕਹਿੰਦੇ, ਜੀਓਗ੍ਰਾਫੀਕਲ ਇਕੁਏਟਰ। ਓਕੇ, ਸਮਝ ਲੱਗ ਗਈ। ਜਿਹੜਾ ਜੀਓਗ੍ਰਾਫੀਕਲ ਐਕਸਿਸ ਦੇ ਬਿਲਕੁਲ ਪਰਪੈਂਡੀਕੁਲਰ ਹੁੰਦਾ ਹੈ ਜੀਓਗ੍ਰਾਫੀਕਲ ਇਕੁਏਟਰ। ਫਿਰ ਹੁਣ ਆਪਾਂ ਨੂੰ ਇਹ ਪਤਾ ਹੈ ਕਿ ਅਰਥ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ, ਅਰਥ ਇੱਕ ਮੈਗਨੇਟ ਹੈ। ਠੀਕ ਹੈ, ਅਰਥ ਦਾ ਇੱਕ ਮੈਗਨੈਟਿਕ ਫੀਲਡ ਹੋਏਗਾ, ਮੈਗਨੇਟਿਜ਼ਮ ਹੋਏਗਾ ਅਰਥ ਦਾ। ਠੀਕ ਹੈ, ਜਿਹੜਾ ਉਹ ਅਰਥ ਦੇ ਮੈਗਨੇਟ, ਮੰਨ ਲਓ ਆ ਅਰਥ ਦੀ ਮੈਗਨੇਟ ਅਸੀਂ ਸ਼ੋਅ ਕਰ ਰਹੇ ਕਿ ਅਰਥ ਦੀ ਮੈਗਨੇਟ ਹੈ। ਇਸ ਸਾਈਡ ਅਰਥ ਦਾ ਕੀ ਹੈਗਾ, ਸਾਊਥ ਪੋਲ, ਇਸ ਸਾਈਡ ਕੀ ਹੈਗਾ, ਮੈਗਨੇਟ ਦਾ। ਵੈਸੇ ਇੱਧਰ ਨਾਰਥ ਮੈਗਨੇਟ ਦਾ ਕਹਿ ਰਹੀ, ਮੈਗਨੇਟ ਦਾ ਇਸ ਸਾਈਡ ਕੀ ਹੈਗਾ, ਮੈਗਨੈਟਿਕ ਡਾਈਪੋਲ ਜਿਹੜਾ ਇਹ ਵਾਲਾ ਅਰਥ ਦਾ, ਉਹਦਾ ਇਸ ਸਾਈਡ ਕੀ ਹੈਗਾ, ਸਾਊਥ ਪੋਲ, ਇਸ ਸਾਈਡ ਕੀ ਹੈਗਾ ਵਾ, ਨਾਰਥ ਪੋਲ ਹੈ। ਠੀਕ ਹੈ, ਹੁਣ ਜਿਹੜੇ ਇਹ ਵਾਲੀ ਮੈਗਨੈਟਿਕ ਡਾਈਪੋਲ ਇਹਦਾ ਵੀ ਕੋਈ ਐਕਸਿਸ ਹੋਏਗਾ, ਇਸ ਐਕਸਿਸ 'ਤੇ ਵੀ ਤਾਂ ਅਰਥ ਰੋਟੇਟ ਕਰੇਗੀ। ਠੀਕ ਹੈ, ਉਹਨੂੰ ਅਸੀਂ ਕੀ ਕਹਿੰਦੇ ਨੇ, ਮੈਗਨੈਟਿਕ ਐਕਸਿਸ। ਜਿਹੜਾ ਇਹਦੇ ਬਿਲਕੁਲ ਪਰਪੈਂਡੀਕੁਲਰ ਹੋਏਗਾ ਉਹਨੂੰ ਅਸੀਂ ਕਹਿੰਦੇ ਮੈਗਨੈਟਿਕ ਇਕੁਏਟਰ। ਓਕੇ, ਅਤੇ ਇਹ ਜਿਹੜਾ ਇਹਦੇ ਵਿਚਕਾਰ ਐਂਗਲ ਹੁੰਦਾ ਵਾ, ਇਹਨਾਂ ਦੇ ਵਿਚਕਾਰ ਐਂਗਲ ਕਿੰਨਾ ਹੁੰਦਾ, 11.3 ਜਾਂ 11.5 ਡਿਗਰੀ ਹੁੰਦਾ ਹੈ। ਜਿਹੜਾ ਐਂਗਲ ਹੁੰਦਾ ਮੈਗਨੈਟਿਕ
ਐਕਸਿਸ ਤੇ ਜੀਓਗ੍ਰਾਫੀਕਲ ਐਕਸਿਸ ਦੇ ਵਿਚਕਾਰ ਜਿਹੜਾ ਐਂਗਲ ਹੁੰਦਾ ਵਾ 11.5 ਸਮਥਿੰਗ ਹੁੰਦਾ ਹੈ। ਹੁਣ ਇਹਦੇ ਜਨਰਲ ਡੈਫੀਨੇਸ਼ਨਸ ਤੇ ਆ ਜਾਓ। ਡੈਫੀਨੇਸ਼ਨ ਕੀ ਹੈਗੀਆਂ ਨੇ? ਜੀਓਗ੍ਰਾਫੀਕਲ ਐਕਸਿਸ ਕੀ ਹੈ? ਕਹਿੰਦੇ ਐਨ ਇਮੇਜਨਰੀ ਲਾਈਨ ਜੁਆਇਨਿੰਗ ਦਾ ਜੀਓਗ੍ਰਾਫੀਕਲ ਪੋਲ ਆਫ ਅਰਥ, ਮਤਲਬ ਨਾਰਥ ਤੇ ਸਾਊਥ ਨੂੰ ਜਿਹੜੇ ਜੀਓਗ੍ਰਾਫੀਕਲ ਪੋਲ ਹੈ ਉਹਨੂੰ ਜੁਆਇਨ ਕਰਦੇ ਆ, ਇਜ਼ ਕਾਲਡ ਜੀਓਗ੍ਰਾਫੀਕਲ ਐਕਸਿਸ। ਜਿਹੜੇ ਆਪਣੇ ਮੈਂ ਤੁਹਾਨੂੰ ਦੱਸਿਆ ਨਾ ਨਾਰਥ ਜੀਓਗ੍ਰਾਫੀਕਲ ਨਾਰਥ ਹੈ ਤੇ ਇੱਧਰ ਕੀ ਹੈਗਾ ਜੀਓਗ੍ਰਾਫੀਕਲ ਸਾਊਥ ਹੈ। ਐਵਨ ਜੀਓਗ੍ਰਾਫੀਕਲ ਨਾਰਥ ਜੀਓਗ੍ਰਾਫੀਕਲ ਸਾਊਥ ਡੈਫੀਨੇਸ਼ਨ 'ਚ ਬੁੱਕ 'ਚ ਕੀ ਲਿਖਿਆ ਹੋਇਆ? ਕਹਿੰਦੇ ਇਮੇਜਨਰੀ ਲਾਈਨ ਜੁਆਇਨਿੰਗ ਦਾ ਜੀਓਗ੍ਰਾਫੀਕਲ ਪੋਲਸ ਆਫ ਦਾ ਅਰਥ ਦੇ ਜਿਹੜੇ ਜੀਓਗ੍ਰਾਫੀਕਲ ਪੋਲਸ ਹੈ ਉਹਨਾਂ ਨੂੰ ਜਿਹੜੀ ਜੁਆਇਨ ਕਰਦੀ ਲਾਈਨ ਉਹਨੂੰ ਅਸੀਂ ਕੀ ਕਹਿੰਦੇ ਨੇ? ਜੀਓਗ੍ਰਾਫੀਕਲ ਐਕਸਿਸ। ਇਟ ਇਜ਼ ਦਾ ਐਕਸਿਸ ਆਫ ਦਾ ਰੋਟੇਸ਼ਨ ਆਫ ਦਾ ਅਰਥ। ਇਸੇ ਐਕਸਿਸ ਤੇ ਆਪਣੇ ਅਰਥ ਜਿਹੜੀ ਆ ਉਹ ਰੋਟੇਟ ਕਰਦੀ ਹੈ। ਠੀਕ ਹੈ, ਹੁਣ ਕਲੀਅਰ ਹੋ ਗਿਆ ਰਾਜੇ ਜੀਓਗ੍ਰਾਫੀਕਲ ਐਕਸਿਸ ਕੀ ਹੈ? ਜਿਹੜੇ ਦੇ ਨਾਲ ਬਿਲਕੁਲ ਪਰਪੈਂਡੀਕਲ ਐਂਗਲ ਬਣਾਉਂਦੀ ਹੋਵੇ ਉਹ ਕੀ ਹੋਏਗੀ ਫਿਰ? ਜੀਓਗ੍ਰਾਫੀਕਲ ਇਕੁਏਟਰ। ਜਿਹੜਾ ਪਰਪੈਂਡੀਕੂਲਰ ਹੋਏਗੀ ਇਹਦੇ ਉਹ ਜੀਓਗ੍ਰਾਫੀਕਲ ਇਕੁਏਟਰ ਹੋਏਗੀ। ਨੈਕਸਟ ਹੈਗਾ ਮੈਗਨੈਟਿਕ ਐਕਸਿਸ। ਮੈਗਨੈਟਿਕ ਐਕਸਿਸ ਕੀ ਆ? ਦ ਲਾਈਨ ਜੁਆਇਨਿੰਗ ਦਾ ਮੈਗਨੈਟਿਕ ਪੋਲ ਆਫ ਦਾ ਅਰਥ। ਜਿਹੜੇ ਅਰਥ ਦੇ ਮੈਗਨੈਟਿਕ ਪੋਲਸ ਨੇ, ਜਿਹੜਾ ਹੁਣ ਅਰਥ ਦਾ ਮੈਗਨੈਟਿਕ ਪੋਲ ਇੱਧਰ ਕਿਹੜਾ ਸਾਊਥ, ਇੱਧਰ ਕਿਹੜਾ ਹੈਗਾ ਮੈਗਨੈਟਿਕ ਪੋਲ ਅਰਥ ਦਾ? ਨਾਰਥ। ਠੀਕ ਹੈ, ਇਹਨਾਂ ਨੂੰ ਜਿਹੜੇ ਜੁਆਇਨ ਕਰਦੇ ਉਹਨੂੰ ਕੀ ਕਹਿੰਦੇ? ਮੈਗਨੈਟਿਕ ਐਕਸਿਸ। ਠੀਕ ਹੈ, ਜਿਹੜੇ ਇਹਦੇ ਬਿਲਕੁਲ ਪਰਪੈਂਡੀਕੂਲਰ ਹੋਏਗੀ ਉਹਨੂੰ ਕਹੋਗੇ ਮੈਗਨੈਟਿਕ ਇਕੁਏਟਰ। ਓਕੇ, ਦੇਖੋ ਇਹਦੇ ਵਿੱਚ ਐਂਗਲ ਦਿੱਤਾ ਹੋਇਆ, ਐਂਗਲ ਕਿੰਨਾ ਹੁੰਦਾ? 11.3। ਇਹਦੇ ਵਿਚਕਾਰ ਐਂਗਲ ਹੁੰਦਾ ਮੈਗਨੈਟਿਕ ਐਕਸਿਸ ਮੇਕ ਐਨ ਐਂਗਲ ਆਫ ਅਬਾਊਟ 11.3 ਡਿਗਰੀ ਵਿਦ ਦਾ ਮੈਗਨੈਟਿਕ ਜੀਓਗ੍ਰਾਫੀਕਲ ਐਕਸਿਸ। ਜਿਹੜਾ ਮੈਗਨੈਟਿਕ ਐਕਸਿਸ ਤੇ ਜੀਓਗ੍ਰਾਫੀਕਲ ਐਕਸਿਸ ਦੇ ਵਿਚਕਾਰ ਐਂਗਲ ਹੁੰਦਾ ਉਹ ਕਹਿੰਦਾ 11.3। ਨੈਕਸਟ ਹੈਗਾ ਮੈਗਨੈਟਿਕ ਇਕੁਏਟਰ। ਇਹ ਤੁਹਾਨੂੰ ਦੱਸ ਦਿੱਤਾ ਵੈਸੇ। ਇਟ ਇਜ਼ ਦਾ ਗ੍ਰੇਟ ਸਰਕਲ ਔਨ ਦਾ ਅਰਥ ਪਰਪੈਂਡੀਕੂਲਰ ਟੂ ਦਾ ਮੈਗਨੈਟਿਕ ਐਕਸਿਸ। ਜਿਹੜਾ ਮੈਗਨੈਟਿਕ ਐਕਸਿਸ ਉਹਦੇ ਬਿਲਕੁਲ ਪਰਪੈਂਡੀਕੂਲਰ ਹੁੰਦਾ ਮੈਗਨੈਟਿਕ ਇਕੁਏਟਰ। ਨੈਕਸਟ ਹੈਗਾ ਜੀਓਗ੍ਰਾਫੀਕਲ ਮਰੀਡੀਅਨ। ਪਹਿਲਾਂ ਮੈਂ ਜਨਰਲ ਦੱਸਦੀ ਹਾਂ ਜੀਓਗ੍ਰਾਫੀਕਲ ਮਰੀਡੀਅਨ ਕੀ ਹੈਗਾ ਹੈ। ਜੀਓਗ੍ਰਾਫੀਕਲ ਮਰੀਡੀਅਨ ਕੀ ਹੈਗਾ ਕਿ ਜਿਹੜਾ ਜੀਓਗ੍ਰਾਫੀਕਲ ਐਕਸਿਸ ਉਹਦਾ ਇੱਕ ਪਲੇਨ, ਠੀਕ ਹੈ, ਜੀਓਗ੍ਰਾਫੀਕਲ ਐਕਸਿਸ ਹੈ ਇਹਦਾ ਆ ਪਲੇਨ ਹੈ ਇੱਕ ਤਰ੍ਹਾਂ ਐਕਸ ਡਾਇਰੈਕਸ਼ਨ 'ਚ ਵੀ ਵਾਈ ਡਾਇਰੈਕਸ਼ਨ 'ਚ ਵੀ ਹੈਗਾ। ਇੱਕ ਕੀ ਹੈਗਾ ਇਹਦਾ ਜੀਓਗ੍ਰਾਫੀਕਲ ਪਲੇਨ ਜਿਹੜਾ ਇਸ ਐਕਸਿਸ 'ਚੋਂ ਪਾਸ ਹੋਇਆ ਉਹਨੂੰ ਕਹਿੰਦੇ ਜੀਓਗ੍ਰਾਫੀਕਲ। ਜਿਹੜਾ ਇਹਦਾ ਪਲੇਨ ਹੈਗਾ ਉਹਨੂੰ ਅਸੀਂ ਕੀ ਕਹਿੰਦੇ? ਜੀਓਗ੍ਰਾਫੀਕਲ ਮਰੀਡੀਅਨ। ਮਤਲਬ ਦੇਖੋ ਡੈਫੀਨੇਸ਼ਨ ਕਹਿੰਦੇ ਇਟ ਇਜ਼ ਦਾ ਵਰਟੀਕਲ ਪਲੇਨ ਵਿਚ ਪਾਸਿਸ ਥਰੂ ਦਾ ਜੀਓਗ੍ਰਾਫੀਕਲ ਐਕਸਿਸ। ਕਹਿੰਦੇ ਇਹ ਉਹ ਵਾਲਾ ਵਰਟੀਕਲ ਪਲੇਨ ਹੈ ਜਿਹੜਾ ਜੀਓਗ੍ਰਾਫੀਕਲ ਐਕਸਿਸ 'ਚੋਂ ਪਾਸ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਜੀਓਗ੍ਰਾਫੀਕਲ ਮਰੀਡੀਅਨ। ਅਤੇ ਜਿਹੜਾ ਹੁਣ ਮਤਲਬ ਇਹ ਪਲੇਨ ਹੈ ਇੱਕ ਤਰ੍ਹਾਂ ਦਾ ਪਲੇਨ ਹੈਗਾ, ਠੀਕ ਹੈ, ਜਿਹੜਾ ਮੈਗਨੈਟਿਕ ਐਕਸਿਸ 'ਚੋਂ ਪਾਸ ਹੋਵੇ, ਜਿਹੜਾ ਮੈਗਨੈਟਿਕ ਐਕਸਿਸ 'ਚੋਂ ਵਰਟੀਕਲ ਪਲੇਨ ਜਿਹੜਾ ਵਾ ਮੈਗਨੈਟਿਕ ਐਕਸਿਸ 'ਚੋਂ ਪਾਸ ਹੋਵੇ ਉਹਨੂੰ ਅਸੀਂ ਕੀ ਕਹਿੰਦੇ? ਮੈਗਨੈਟਿਕ ਮਰੀਡੀਅਨ। ਜਿਹੜਾ ਪਲੇਨ ਜੀਓਗ੍ਰਾਫੀਕਲ ਐਕਸਿਸ 'ਚੋਂ ਪਾਸ ਹੋਵੇ, ਵਰਟੀਕਲ ਮਤਲਬ ਐਕਸਿਸ 'ਚੋਂ ਪਾਸ ਹੋਵੇ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਜੀਓਗ੍ਰਾਫੀਕਲ ਮਰੀਡੀਅਨ। ਜਿਹੜਾ ਮੈਗਨੈਟਿਕ ਐਕਸਿਸ 'ਚੋਂ ਪਾਸ ਹੋਵੇ ਉਹਨੂੰ ਅਸੀਂ ਕਹਿੰਦੇ ਮੈਗਨੈਟਿਕ ਮਰੀਡੀਅਨ। ਮਤਲਬ ਇੱਕ ਤਰ੍ਹਾਂ ਦਾ ਪੋਲ ਹੈ, ਪਲੇਨ ਹੈਗਾ, ਵਰਟੀਕਲ ਪਲੇਨ। ਸਮਝ ਲੱਗੀ ਰਾਜਾ ਦੋਨੋਂ ਡੈਫੀਨੇਸ਼ਨ? ਜੀਓਗ੍ਰਾਫੀਕਲ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ। ਰਾਜਾ ਨੈਕਸਟ ਡੈਫੀਨੇਸ਼ਨ ਹੈਗੀ ਆ ਮੈਗਨੈਟਿਕ ਡੈਕਲਾਈਨੇਸ਼ਨ। ਮੈਗਨੈਟਿਕ ਡੈਕਲਾਈਨੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਪਲੇਨ ਬਣਿਆ ਨਾ ਇਹ ਵਾਲਾ ਪਲੇਨ ਜਿਹੜਾ ਮੈਗਨੈਟਿਕ ਜੀਓਗ੍ਰਾਫੀਕਲ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਮੈਗਨੈਟਿਕ ਡੈਕਲਾਈਨੇਸ਼ਨ। ਠੀਕ ਹੈ, ਉਹਨੂੰ ਥੀਟਾ ਦੇ ਨਾਲ ਡਿਨੋਟ ਕਰਨਾ ਹੈ। ਮਤਲਬ ਜਿਹੜਾ ਮੈਗਨੈਟਿਕ ਮਰੀਡੀਅਨ, ਮੈਂ ਇਹ ਨਹੀਂ ਕਹਿ ਰਹੀ ਕਿ ਜੀਓਗ੍ਰਾਫੀਕਲ ਐਕਸਿਸ ਤੇ ਮੈਗਨੈਟਿਕ ਐਕਸਿਸ ਦੇ ਵਿਚਕਾਰ ਐਂਗਲ ਜਿਹੜਾ ਉਹ ਨਹੀਂ ਮੈਂ ਕਹਿ ਰਹੀ। ਜਿਹੜਾ ਇਹਨਾਂ ਦਾ ਪਲੇਨ ਬਣਾਇਆ ਨਾ ਤੁਹਾਨੂੰ ਡੈਫੀਨੇਸ਼ਨ ਦੱਸੀ ਤੈਨੂੰ ਮੈਗਨੈਟਿਕ ਮਰੀਡੀਅਨ ਤੇ ਜੀਓਗ੍ਰਾਫੀਕਲ ਮਰੀਡੀਅਨ ਦੇ ਵਿਚਕਾਰ ਜਿਹੜਾ ਐਂਗਲ ਹੈ ਉਹਨੂੰ ਅਸੀਂ ਕਹਿੰਦੇ ਮੈਗਨੈਟਿਕ ਡੈਕਲਾਈਨੇਸ਼ਨ। ਹੁਣ ਦੇਖੋ ਮੈਗਨੈਟਿਕ ਡੈਕਲਾਈਨੇਸ਼ਨ ਕੀ ਹੈਗਾ? ਮੈਗਨੈਟਿਕ ਡੈਕਲਾਈਨੇਸ਼ਨ ਐਟ ਅ ਪਲੇਸ ਇਨ ਇਜ਼ ਡਿਫਾਈਨਡ ਐਜ਼ ਦਾ angle between the geographical meridian and magnetic meridian at that place। ठीक है, ਉਹਨੂੰ ਅਸੀਂ ਕੀ ਕਹਿੰਦੇ ਨੇ? ਮੈਗਨੈਟਿਕ ਡੈਕਲਾਈਨੇਸ਼ਨ। ਰਾਜੇ ਨੈਕਸਟ ਹੈਗਾ ਮੈਗਨੈਟਿਕ ਡਿਪ। ਮੈਗਨੈਟਿਕ ਡਿਪ ਕੀ ਆ? ਮੰਨ ਲਓ ਜਿਹੜੀ BE ਆ ਇਹ ਮਤਲਬ ਆਪਣੇ ਕੋਲ ਪਲੇਨ ਹੈਗੇ ਆ। ਦੇਖੋ ਆਹ ਪਲੇਨ ਜਿਹੜਾ ਲਿਆ ਹੋਇਆ ਵਾ, ਮਤਲਬ ਇਹ ਵਾਲਾ ਪਲੇਨ ਇਹ ਕੀ ਹੈਗਾ ਵਾ? ਮੈਗਨੈਟਿਕ ਮਰੀਡੀਅਨ। ਅਤੇ ਇਹ ਵਾਲਾ ਕੀ ਹੈਗਾ ਵਾ? ਮੰਨ ਲਓ ਜੀਓਗ੍ਰਾਫੀਕਲ ਮਰੀਡੀਅਨ ਆ। ਇਹ ਕੀ ਹੈਗਾ? ਜੀਓਗ੍ਰਾਫੀਕਲ ਮੀਡੀਅਨ। ਮੈਂ ਦੱਸਿਆ ਨਾ ਐਂਗਲ ਹੁੰਦਾ ਵਾ ਜਿਹੜਾ ਮੈਗਨੈਟਿਕ ਮਤਲਬ ਜੀਓਗ੍ਰਾਫੀਕਲ ਐਕਸਿਸ ਤੇ ਮੈਗਨੈਟਿਕ ਐਕਸਿਸ ਦੇ ਵਿਚਕਾਰ ਜਿਹੜਾ ਐਂਗਲ ਹੁੰਦਾ ਵਾ ਉਹਨੂੰ ਦਾ ਮਤਲਬ ਉਹ ਜਿਹੜਾ ਵਰਟੀਕਲ ਪਲੇਨ ਹੁੰਦਾ ਜਿਹੜਾ ਜੀਓਗ੍ਰਾਫੀਕਲ ਐਕਸਿਸ 'ਚੋਂ ਪਾਸ ਹੋ ਰਿਹਾ ਵਰਟੀਕਲ ਪਲੇਨ ਅਤੇ ਮੈਗਨੈਟਿਕ ਐਕਸਿਸ 'ਚ ਜਿਹੜਾ ਵਰਟੀਕਲ ਪਲੇਨ ਜਿਹੜਾ ਪਾਸ ਹੋ ਰਿਹਾ ਹੁੰਦਾ ਉਹਨਾਂ ਦੋਨਾਂ ਦੇ ਜਿਹੜੇ ਵਿਚਕਾਰ ਐਂਗਲ ਹੁੰਦਾ ਉਹਨੂੰ ਮੈਗਨੈਟਿਕ ਡੈਕਲਾਈਨੇਸ਼ਨ ਕਹਿੰਦੇ। ਮੰਨ ਲਓ ਆਹ ਹੁਣ ਦੋ ਪਲੇਨ ਹੈਗੇ ਨੇ। ਇੱਕ ਪਲੇਨ ਹੈਗਾ ਵਾ
ਜੋਗ੍ਰਾਫੀਕਲ ਐਕਸਿਸ ਵਾਲਾ, ਇੱਕ ਪਲੇਨ ਹੈਗਾ ਵਾ ਮੈਗਨੈਟਿਕ ਐਕਸਿਸ ਵਾਲਾ। ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਹੋਏ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਮੈਗਨੈਟਿਕ ਮਰੀਡੀਅਨ, ਇਹਨੂੰ ਕਹਿੰਦੇ ਜੋਗ੍ਰਾਫੀਕਲ ਮਰੀਡੀਅਨ, ਇਹਨੂੰ ਅਸੀਂ ਕੀ ਕਹਾਂਗੇ, ਮੈਗਨੈਟਿਕ ਮਰੀਡੀਅਨ। ਹੁਣ ਜੋਗ੍ਰਾਫੀਕਲ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ ਦੇ ਵਿਚਕਾਰ ਜਿਹੜਾ ਐਂਗਲ ਹੈ ਐਸ ਥੀਟਾ ਐਂਗਲ, ਇਹਨੂੰ ਅਸੀਂ ਕੀ ਕਹਿੰਦੇ, ਮੈਗਨੈਟਿਕ ਡਿਕਲੇਰੇਸ਼ਨ। ਫਿਰ ਮੈਂ ਐਕਸਪਲੇਨ ਕਰ ਦਿੰਦੀ ਹਾਂ, ਕਨਫਿਊਜ਼ ਨਹੀਂ ਹੋਣਾ। ਪਹਿਲਾਂ ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਜੋਗ੍ਰਾਫੀਕਲ ਮਰੀਡੀਅਨ ਪਤਾ ਹੋਣਾ ਚਾਹੀਦਾ। ਜੋਗ੍ਰਾਫੀਕਲ ਮਰੀਡੀਅਨ ਕੀ ਹੈ, ਮਤਲਬ ਕੋਈ ਵਰਟੀਕਲ ਪਲੇਨ ਹੈ ਜਿਹੜਾ ਕਿ 'ਚੋਂ ਪਾਸ ਹੋ ਰਿਹਾ, ਜੋਗ੍ਰਾਫੀਕਲ ਐਕਸਿਸ 'ਚੋਂ ਪਾਸ ਹੋ ਰਿਹਾ, ਅਰਥ ਦੇ ਜੋਗ੍ਰਾਫੀਕਲ ਐਕਸਿਸ 'ਚੋਂ, ਉਹਨੂੰ ਅਸੀਂ ਕਹਿੰਦੇ ਜੋਗ੍ਰਾਫੀਕਲ ਮਰੀਡੀਅਨ। ਜਿਹੜਾ ਪਲੇਨ ਜਿਹੜਾ ਵਾ ਮੈਗਨੈਟਿਕ ਐਕਸਿਸ 'ਚੋਂ ਪਾਸ ਹੋ ਰਿਹਾ ਵਾ, ਉਹਨੂੰ ਅਸੀਂ ਕਹਿੰਦੇ ਮੈਗਨੈਟਿਕ ਮਰੀਡੀਅਨ। ਜਿਹੜਾ ਇਹਨਾਂ ਦੋਨਾਂ ਦੇ ਵਿਚਕਾਰ, ਜੋਗ੍ਰਾਫੀਕਲ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ ਦੇ ਵਿਚਕਾਰ ਜਿਹੜਾ ਐਂਗਲ ਆ, ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਮੈਗਨੈਟਿਕ ਡਿਕਲੇਰੇਸ਼ਨ। ਠੀਕ ਹੈ, ਹੁਣ ਆਹ ਦੋ ਪਲੇਨ ਲੈ ਲਓ, ਜੋਗ੍ਰਾਫੀਕਲ ਮਰੀਡੀਅਨ ਦਾ ਤੇ ਇੱਕ ਪਲੇਨ ਕਿਹੜਾ ਹੈਗਾ ਵਾ, ਮੈਗਨੈਟਿਕ ਮਰੀਡੀਅਨ ਦਾ। ਜਿਹੜਾ ਇਹਨਾਂ ਦੋਨਾਂ ਦੇ ਵਿਚਕਾਰ ਐਂਗਲ ਹੈ, ਉਸ ਐਂਗਲ ਨੂੰ ਕੀ ਕਹਿਣਾ, ਥੀਟਾ। ਇੱਕ ਹੈਗਾ ਮੈਗਨੈਟਿਕ ਡਿਕਲੇਰੇਸ਼ਨ। ਹੁਣ ਕੀ ਹੈ, ਕਹਿੰਦੇ ਮੰਨ ਲਓ ਜਿਹੜੀ ਤੁਸੀਂ ਕੋਈ ਵੀ ਨੀਡਲ ਹੈ ਉਹ ਡਿਪ ਕਰ ਜਾਂਦੀ ਹੈ, ਮੈਗਨੈਟਿਕ ਨੀਡਲ ਹੈ ਉਹ ਇੱਦਾਂ ਕਰਕੇ ਡਿਪ ਕਰਦੀ, ਮਤਲਬ ਡਿਪ ਕਰਦੇ ਮਤਲਬ ਉਹ ਇਹ ਚੀਜ਼ ਸ਼ੋਅ ਕਰੇ, ਮਤਲਬ ਇੱਥੇ ਇੱਦਾਂ ਤੁਸੀਂ ਮਗਰ ਉਹਨੂੰ ਮੈਗਨੈਟਿਕ ਨੀਡਲ ਰੱਖੀ ਹੈ ਅਤੇ ਉਹ ਇੱਦਾਂ ਕਰਕੇ ਡਿਪ ਕਰ ਗਈ। ਠੀਕ ਹੈ, ਡਿਪ ਕਰ ਗਈ ਮਤਲਬ ਉਹ ਇਹ ਚੀਜ਼ ਸ਼ੋਅ ਕਰ ਰਹੀ ਹੈ ਕਿ ਇਸ ਸਾਈਡ ਨੂੰ ਡਾਇਰੈਕਸ਼ਨ ਕਹਿੰਦੇ ਕਿ ਟੋਟਲ ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਆਫ ਦਾ ਅਰਥ ਦੀ ਜਿਹੜੀ ਮੈਗਨੈਟਿਕ ਫੀਲਡ ਦੀ ਇੰਟੈਂਸਿਟੀ ਆ ਉਹਦੀ ਡਾਇਰੈਕਸ਼ਨ ਜਿਹੜੀ ਹੈ ਸ਼ੋਅ ਕਰ ਰਹੀ ਹੈ। ਠੀਕ ਹੈ, ਇਹਨੂੰ ਦੋ ਕੰਪੋਨੈਂਟਸ ਡਿਵਾਈਡ ਕਰ ਦਿਓ, BH ਤੇ BV, ਮੈਗਨੈਟਿਕ ਫੀਲਡ ਹੌਰੀਜ਼ੌਂਟਲ ਕੰਪੋਨੈਂਟ ਤੇ BV ਕੀ ਹੈਗਾ ਵਾ, ਮੈਗਨੈਟਿਕ ਫੀਲਡ ਮਤਲਬ ਮੈਗਨੈਟਿਕ ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਆਫ ਦਾ ਅਰਥ ਵਰਟੀਕਲ ਕੰਪੋਨੈਂਟ। ਇਹ ਹੌਰੀਜ਼ੌਂਟਲ ਤੇ ਵਰਟੀਕਲ, ਇਹਨਾਂ ਦੋਨਾਂ ਦੇ ਵਿਚਕਾਰ। ਹੁਣ ਮੈਗਨੈਟਿਕ ਡਿਪ ਕੀ ਹੈ, ਮੈਗਨੈਟਿਕ ਡਿਪ ਕੀ ਹੈਗਾ ਵਾ ਕਿ ਟੋਟਲ ਡਾਇਰੈਕਸ਼ਨ ਆਫ ਦਾ ਟੋਟਲ ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਆਫ ਦਾ ਅਰਥ ਐਂਡ ਹੌਰੀਜ਼ੌਂਟਲ ਲਾਈਨ। ਜਿਹੜੀ ਮੈਗਨੈਟਿਕ ਮਰੀਡੀਅਨ ਦੀ ਜਿਹੜੀ ਹੌਰੀਜ਼ੌਂਟਲ, ਆਹ ਮੈਗਨੈਟਿਕ ਮਰੀਡੀਅਨ ਹੈ ਆਪਣਾ ਸਾਰਾ, ਇਹਦੀ ਵਰਟੀਕਲ ਲਾਈਨ ਹੈਗੀ, ਇਹ ਕੀ ਹੈਗੀ ਇਹਦੀ ਹੌਰੀਜ਼ੌਂਟਲ ਲਾਈਨ। ਕਹਿੰਦੇ ਮੈਗਨੈਟਿਕ ਮਰੀਡੀਅਨ ਦੀ ਜਿਹੜੀ ਹੌਰੀਜ਼ੌਂਟਲ ਲਾਈਨ ਹੈ ਤੇ ਟੋਟਲ ਜਿਹੜੀ ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਆਫ ਦਾ ਅਰਥ, ਦੋਨਾਂ ਵਿਚਕਾਰ ਜਿਹੜਾ ਐਂਗਲ ਹੁੰਦਾ ਵਾ ਉਹਨੂੰ ਅਸੀਂ ਕੀ ਕਹਿੰਦੇ ਆ, ਮੈਗਨੈਟਿਕ ਡਿਪ। ਫਿਰ ਦੇਖੋ, ਮੈਗਨੈਟਿਕ ਡਿਪ ਐਟ ਅ ਪਲੇਸ ਇਜ਼ ਦਾ ਐਂਗਲ ਬਿਟਵੀਨ, ਇੱਕ ਪਲੇਸ ਹੈਗੀ ਮੈਗਨੈਟਿਕ ਫੀਲਡ ਜਿੱਥੇ ਐਂਗਲ ਕੀ ਬਣਦਾ ਵਾ, ਐਂਗਲ ਕਿਹਦੇ ਵਿਚਕਾਰ, ਐਂਗਲ ਬਿਟਵੀਨ ਡਾਇਰੈਕਸ਼ਨ ਆਫ ਦਾ ਟੋਟਲ ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਆਫ ਦਾ ਅਰਥ ਐਂਡ ਹੌਰੀਜ਼ੌਂਟਲ ਲਾਈਨ ਇਨ ਦਾ ਮੈਗਨੈਟਿਕ ਮਰੀਡੀਅਨ। ਜਿਹੜੀ ਹੌਰੀਜ਼ੌਂਟਲ ਲਾਈਨ ਹੈਗੀ ਮੈਗਨੈਟਿਕ ਮਰੀਡੀਅਨ ਦੀ, ਉਹਨਾਂ ਵਿਚਕਾਰ ਜਿਹੜਾ ਐਂਗਲ ਬਣਦਾ ਇਹਨੂੰ ਕਿਹਨਾਂ ਡਿਨੋਟ ਕਰਦੇ ਨੇ, ਡੈਲਟਾ ਦੇ ਨਾਲ। ਠੀਕ ਹੈ, ਇੱਕ ਹੁੰਦਾ ਮੈਗਨੈਟਿਕ ਡਿਪ। ਰਾਜਾ ਨੈਕਸਟ ਹੈਗਾ ਹੌਰੀਜ਼ੌਂਟਲ ਕੰਪੋਨੈਂਟ ਆਫ ਦਾ ਅਰਥ। ਹੌਰੀਜ਼ੌਂਟਲ ਕੰਪੋਨੈਂਟ ਆਫ ਦਾ ਅਰਥ ਹੁਣੇ ਮੈਂ ਦੱਸ ਕੇ ਆਈ ਹਾਂ ਇਹੀ ਚੀਜ਼, ਮਤਲਬ ਜਿਹੜਾ ਟੋਟਲ ਇੰਟੈਂਸਿਟੀ ਆਫ ਦਾ ਮੈਗਨੈਟਿਕ ਫੀਲਡ ਆਫ ਦਾ ਅਰਥ ਹੈ ਉਹਦਾ ਜਿਹੜਾ ਹੌਰੀਜ਼ੌਂਟਲ ਕੰਪੋਨੈਂਟ, ਦੋ ਕੰਪੋਨੈਂਟਸ ਡਿਵਾਈਡ ਕੀਤਾ ਨਾ, ਵਰਟੀਕਲ ਕੰਪੋਨੈਂਟ ਤੇ ਹੌਰੀਜ਼ੌਂਟਲ ਕੰਪੋਨੈਂਟ। ਜਿਹੜਾ ਹੌਰੀਜ਼ੌਂਟਲ ਕੰਪੋਨੈਂਟ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ, ਹੌਰੀਜ਼ੌਂਟਲ ਕੰਪੋਨੈਂਟ ਆਫ ਦਾ ਅਰਥ ਮੈਗਨੈਟਿਕ ਫੀਲਡ। ਰਾਜਾ ਨੈਕਸਟ ਹੈਗਾ ਨਿਊਟਰਲ ਪੁਆਇੰਟਸ। ਨਿਊਟਰਲ ਪੁਆਇੰਟ ਕੀ ਕਹਿੰਦੇ, ਦਾ ਪੁਆਇੰਟ ਵੇਅਰ net magnetic field lines due to the bar magnet and earth is called zero। ਮਤਲਬ ਅਰਥ ਦੇ ਕਾਰਨ ਤੇ ਬਾਰ ਮੈਗਨੇਟ ਦੇ ਕਾਰਨ ਜਿਹੜੇ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਲਾਈਨਸ ਨਾ ਸ਼ੋ ਹੋਣ ਉਹਨੂੰ ਅਸੀਂ ਕੀ ਕਹਿੰਦੇ ਆ, ਉਸ ਪੁਆਇੰਟ ਨੂੰ ਅਸੀਂ ਕਹਿੰਦੇ ਨਿਊਟਰਲ ਪੁਆਇੰਟ। ਹੁਣ ਮੈਂ ਤੁਹਾਨੂੰ ਦੱਸ ਕੇ ਦੱਸਿਆ ਸੀ ਅਰਥ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ, ਉਹਦੇ ਵਿੱਚ ਮੈਂ ਐਕਸਪਲੇਨ ਕੀਤਾ ਹੈ ਦ ਪੁਆਇੰਟਸ ਵੇਅਰ ਨੈਟ ਮੈਗਨੈਟਿਕ ਫੀਲਡ ਬਟ ਟੋਟਲ ਮੈਗਨੈਟਿਕ ਫੀਲਡ ਡਿਊ ਟੂ ਬਾਰ ਮੈਗਨੇਟ ਤੇ ਅਰਥ ਦੇ ਕਾਰਨ ਜਦੋਂ ਮੈਗਨੈਟਿਕ ਫੀਲਡ ਸਾਨੂੰ ਜ਼ੀਰੋ ਸ਼ੋ ਹੋਵੇ ਉਹਨੂੰ ਅਸੀਂ ਕਹਿੰਦੇ ਨਿਊਟਰਲ ਪੁਆਇੰਟ।